ਹੈਲੋ ਦੋਸਤੋ, ਸਵਾਗਤ ਹੈ ਤੁਹਾਡੇ ਸਭ ਦਾ ਹੀ ਜੀ ਤੁਹਾਡੇ ਆਪਣੇ YouTube ਚੈਨਲ ਰੇਸ ਅਕੈਡਮੀ ਅਫੀਸ਼ੀਅਲ 'ਤੇ। ਸੋ ਦੋਸਤੋ, ਇਸ ਕਲਾਸ ਵਿੱਚ ਆਪਾਂ ਗੱਲਬਾਤ ਕਰਨ ਵਾਲੇ ਹਾਂ ਅੱਜ 3 ਤੇ 4 ਅਪ੍ਰੈਲ ਤੱਕ ਦੀਆਂ ਜਿਹੜੀਆਂ ਆਪਣੇ ਕਰੰਟ ਅਫੇਅਰ ਨਿਊਜ਼ ਰਹਿਣ ਵਾਲੀਆਂ ਨੇ। ਬਿਲਕੁਲ ਪੰਜਾਬੀ ਲੈਂਗੁਏਜ ਵਿੱਚ ਆਪਾਂ ਇਸ ਕਲਾਸ ਵਿੱਚ ਡਿਸਕਸ਼ਨ ਕਰਾਂਗੇ ਜੀ। ਨਾਲ ਜਿੰਨੇ ਵੀ ਐਕਸਟਰਾ ਫੈਕਟ ਮਿਲਣਗੇ ਕੋਸ਼ਿਸ਼ ਕਰਾਂਗੇ ਵੀ ਉਹਨਾਂ ਬਾਰੇ ਵੀ ਸਾਰਿਆਂ ਬਾਰੇ ਆਪਾਂ ਗੱਲਬਾਤ ਕਰੀਏ। ਸੋ ਬਿਨਾਂ ਕਿਸੇ ਦੇਰੀ ਤੋਂ ਜੀ ਆਪਣੀ ਕਲਾਸ ਅੱਜ ਦੀ ਸ਼ੁਰੂ ਕਰ ਦਿਆਂਗੇ। ਸਭ ਤੋਂ ਫਸਟ ਕੁਐਸਚਨ ਅੱਜ ਦਾ ਆਪਣਾ ਜੀ, who become the second Indian woman to swim across the Park Strait। ਕਹਿੰਦੇ ਜੀ ਪਾਕ ਸਟ੍ਰੇਟ ਨੂੰ ਤੈਰ ਕੇ ਪਾਰ ਕਰਨ ਵਾਲੀ ਭਾਰਤ ਦੀ ਦੂਜੀ ਮਹਿਲਾ ਕੌਣ ਬਣੀ ਹੈਗੀ। ਦੇਖੋ ਪਾਕ ਸਟ੍ਰੇਟ ਪਹਿਲਾਂ ਵੀ ਆਪਾਂ ਕਈ ਵਾਰੀ ਡਿਸਕਸ਼ਨ ਕੀਤੀ ਹੈ ਕਲਾਸ ਵਿੱਚ। ਦੇਖੋ ਆਪਣਾ ਸਾਊਥ ਇੰਡੀਆ, ਨੀਚੇ ਤੁਹਾਨੂੰ ਪਤਾ ਆਪਣੇ ਸ਼੍ਰੀਲੰਕਾ ਕੰਟਰੀ ਆ। ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਇੱਕ ਤੁਸੀਂ ਮੈਪ 'ਤੇ ਵੀ ਦੇਖੋਗੇ ਤੁਹਾਨੂੰ ਇੱਕ ਛੋਟੀ ਜਿਹੀ ਲਾਈਨ ਦਿਖੇਗੀ ਜਿਹੜੀ ਭਾਰਤ ਅਤੇ ਸ਼੍ਰੀਲੰਕਾ ਨੂੰ ਕਨੈਕਟ ਕਰ ਰਹੀ ਹੈਗੀ ਔਰ ਇਸ ਨੂੰ ਹੀ ਕਹਿੰਦੇ ਨੇ ਪਾਕ ਸਟ੍ਰੇਟ, ਠੀਕ ਹੈ ਨਾ। ਔਰ ਜਿਹੜੀ ਇਹ ਜਗ੍ਹਾ ਹੈਗੀ ਇਹਦੀ ਲੰਬਾਈ ਦੀ ਗੱਲ ਕਰਾਂ ਤਾਂ ਲਗਭਗ 30 ਕਿਲੋਮੀਟਰ ਹੈਗੀ ਔਰ ਇਸ ਨੂੰ ਹੁਣ ਤੈਰ ਕੇ ਪਾਰ ਕੀਤਾ ਗਾ। ਔਰ ਆਪਸ਼ਨ ਨੰਬਰ ਏ ਇੱਥੇ ਆਪਣਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ। ਸ਼ਮਲਾ ਗੋਲੀ ਹੈ ਇਹਨਾਂ ਦਾ ਨਾਮ। ਭਾਰਤ ਦੀ ਦੂਜੀ ਲੇਡੀ ਬਣੀ ਹੈ ਜਿਨ੍ਹਾਂ ਨੇ ਕਿ ਇਹਨੂੰ ਪਾਕ ਸਟ੍ਰੇਟ ਨੂੰ ਤੈਰ ਕੇ ਪਾਰ ਕੀਤਾ ਗਾ। ਸੋ ਬੜਾ ਇੰਪੋਰਟੈਂਟ ਕੁਐਸਚਨ ਹੈ ਜੀ। ਸੋ ਸ਼ਮਲਾ ਗੋਲੀ ਦਾ ਨਾਮ ਯਾਦ ਰੱਖਣਾ। ਲਗਭਗ 47 ਈਅਰ ਦੀ ਏਜ ਹੈਗੀ ਇਹਨਾਂ ਦੀ ਔਰ ਇਹ ਭਾਰਤ ਦੀ ਦੂਜੀ ਮਹਿਲਾ ਬਣੀ ਹੈ ਇਸ ਨੂੰ ਤੈਰ ਕੇ ਪਾਰ ਕਰਨ ਵਾਲੀ, ਠੀਕ ਹੈ ਜੀ। ਸੋ ਇਹਦੇ ਬਾਰੇ ਤੁਸੀਂ ਯਾਦ ਰੱਖਣਾ। ਲਗਭਗ 30 ਕਿਲੋਮੀਟਰ ਨੂੰ ਇਹਨਾਂ ਨੇ 14 ਘੰਟਿਆਂ ਦੇ ਵਿੱਚ ਤੈਰ ਕੇ ਪਾਰ ਕੀਤਾ ਗਾ। ਬਾਕੀ ਦੇਖੋ ਇਹ ਤਾਂ ਬਣੀ ਹੈ ਦੂਜੀ ਮਹਿਲਾ। ਤੁਹਾਨੂੰ ਪਤਾ ਨਾ ਜਿਹਨੇ ਪਹਿਲੀ ਮਹਿਲਾ ਕੌਣ ਸੀ, ਤਾਂ ਪਹਿਲੀ ਮਹਿਲਾ ਸੀ ਬੂਲਾ ਚੌਧਰੀ ਸੀ ਇਹਨਾਂ ਨਾਮ, ਯਾਦ ਤੁਸੀਂ ਰੱਖ ਸਕਦੇ ਹੋਗੇ, ਠੀਕ ਹੈ ਜੀ। ਤਾਂ ਇਹਨਾਂ ਬਾਰੇ ਵੀ ਯਾਦ ਰੱਖਣਾ ਤੁਹਾਨੂੰ। ਬਾਕੀ ਇਸ ਤੋਂ ਇਲਾਵਾ ਉਧਰ ਆਪਸ਼ਨ ਜਿਹੜੇ ਇੱਥੇ ਲਏ ਗਏ ਨੇ ਇਹ ਵੀ ਇੰਪੋਰਟੈਂਟ ਨੇ ਜੀ, ਇਹਨਾਂ ਬਾਰੇ ਵੀ ਯਾਦ ਰੱਖਣਾ। ਜਿਵੇਂ ਆਪਸ਼ਨ ਨੰਬਰ ਡੀ ਤੋਂ ਸ਼ੁਰੂ ਕਰਦੇ ਐਮ ਬੀਰਾ ਲక్ష్ਮੀ। ਭਾਰਤ ਦੀ ਪਹਿਲੀ ਮਹਿਲਾ ਐਂਬੂਲੈਂਸ ਡਰਾਈਵਰ ਬਣੀ ਸੀ ਐਮ ਬੀਰਾ ਲక్ష్ਮੀ। ਬਾਕੀ ਭਾਵਨਾ ਕਾਂਤ ਬਾਰੇ ਯਾਦ ਰੱਖ ਸਕਦੇ ਹੋ ਜੀ। ਇਸ ਬਾਰੇ ਜਿਹੜੀ ਆਪਣੀ ਰਿਪਬਲਿਕ ਡੇ ਪਰੇਡ ਹੋਈ ਸੀ ਨਾ ਉਹਦੇ ਵਿੱਚ ਹਿੱਸਾ ਲੈਣ ਵਾਲੀ ਪਹਿਲੀ ਵੂਮੈਨ ਬਣੀ ਸੀ ਭਾਵਨਾ ਕਾਂਤ। ਆਇਸ਼ਾ ਅਜੀਜ਼ ਦਾ ਨਾਮ ਵੀ ਇੰਪੋਰਟੈਂਟ ਹੈ ਕਿਉਂਕਿ ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਫਾਈਟਰ ਪਾਇਲਟ ਬਣੀ ਸੀਗੀ ਇਹ, ਸੋਨੇ ਯਾਦ ਰੱਖਣਾ, ਠੀਕ ਹੈ ਜੀ। ਤਾਂ ਇਹਨਾਂ ਬਾਰੇ ਵੀ ਧਿਆਨ ਵਿੱਚ ਰੱਖ ਸਕਦੇ ਹੋ। ਸੋ ਇੰਨੇ ਫੈਕਟ ਇਸ ਕੁਐਸਚਨ ਨਾਲ ਰਿਲੇਟਡ ਯਾਦ ਰੱਖਣੇ। ਗੱਲ ਕਰਦੇ ਆਪਾਂ ਅੱਜ ਦੇ ਨੈਕਸਟ ਕੁਐਸਚਨ ਬਾਰੇ। ਇਨ ਵਿਚ ਕੰਟਰੀ ਵਿਲ ਇੰਡੀਅਨ ਆਰਮੀ ਟੇਕ ਪਾਰਟ ਇਨ ਦੀ ਸ਼ਾਂਤੀਰ ਐਗਰੋ ਸੇਨਾ 2021 ਐਕਸਰਸਾਈਜ਼। ਦੇਖੋ ਜੀ ਕਹਿੰਦੇ ਕਿਹੜੇ ਦੇਸ਼ ਵਿੱਚ ਭਾਰਤੀ ਫੌਜ ਆਪਣੀ ਸ਼ਾਤੀਰ ਅਗਰੋ ਸੇਨਾ 2021 ਅਭਿਆਸ ਵਿੱਚ ਹਿੱਸਾ ਲਵੇਗੀ। ਅਸਲ ਦੇ ਵਿੱਚ ਗੱਲ ਕਰੀਏ ਜਿਹੜਾ ਇਹ ਐਕਸਰਸਾਈਜ਼ ਆ ਅਭਿਆਸ ਆ ਸ਼ਾਤੀਰ ਐਗਰੋ ਸੇਨਾ 2021, ਇਹ ਐਕਸਰਸਾਈਜ਼ ਹੈਗੀ ਹੈ ਜੀ ਬੰਗਲਾਦੇਸ਼ ਦੀ, ਠੀਕ ਹੈ ਨਾ। ਸੋ ਬੰਗਲਾਦੇਸ਼ ਦੇ ਵਿੱਚ ਅਸਲ ਦੇ ਵਿੱਚ ਦੇਖੋ ਆਪਣੇ ਭਾਰਤ ਜਿਵੇਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਮੰਨਿਆ ਜਾਂਦਾ, ਇਸੇ ਤਰੀਕੇ ਨਾਲ ਬੰਗਲਾਦੇਸ਼ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਸਾਹਿਬ ਹੈਗੇ ਨੇਗੇ ਔਰ ਉਹਨਾਂ ਦੀ ਜਨਮ ਸ਼ਤਾਬਦੀ ਮੌਕੇ ਬੰਗਲਾਦੇਸ਼ ਵੱਲੋਂ ਇਸ ਐਕਸਰਸਾਈਜ਼ ਨੂੰ ਆਰਗੇਨਾਈਜ਼ ਕੀਤਾ ਗਿਆ ਸ਼ਾਤੀਰ ਅਗਰੋ ਸੇਨਾ 2021 ਅਭਿਆਸ ਨੂੰ। ਔਰ ਨਾਲ ਬੰਗਲਾਦੇਸ਼ ਦੀ ਆਜ਼ਾਦੀ ਨੂੰ 50 ਸਾਲ ਪੂਰੇ ਹੋਣ 'ਤੇ ਵੀ ਇਸ ਐਕਸਰਸਾਈਜ਼ ਨੂੰ ਇੱਕ ਯਾਦਗਾਰ ਤੌਰ 'ਤੇ ਆਰਗੇਨਾਈਜ਼ ਕੀਤਾ ਗਿਆ ਗਾ। ਔਰ ਬੜੀ ਇੰਪੋਰਟੈਂਟ ਐਕਸਰਸਾਈਜ਼ ਹੈ ਜੀ ਇਹ, ਜਿਹਦੇ ਵਿੱਚ ਕਿ ਆਪਣੀ ਭਾਰਤੀ ਫੌਜ ਵੀ ਹਿੱਸਾ ਲਏਗੀ। ਦੇਖੋ ਇਸ ਤੋਂ ਇਲਾਵਾ ਭਾਰਤ ਤੋਂ ਇਲਾਵਾ ਭੂਟਾਨ ਕੰਟਰੀ ਵੀ ਸ਼ਾਮਿਲ ਹੋਏਗੀ ਔਰ ਇਸ ਤੋਂ ਇਲਾਵਾ ਸ਼੍ਰੀਲੰਕਾ ਵੀ ਇਹਦੇ ਵਿੱਚ ਸ਼ਾਮਿਲ ਹੋਵੇਗੀ। ਤਾਂ ਇਹਦੇ ਬਾਰੇ ਤੁਸੀਂ ਯਾਦ ਰੱਖਣਾ। ਔਰ ਬਾਕੀ ਦੇਖੋ ਸ਼ਾਤੀਰ ਅਗਰੋ ਸੇਨਾ ਇਹਦਾ ਮਤਲਬ ਹੁੰਦਾ ਗਾ ਫਰੰਟ ਰਨਰ ਆਫ ਪੀਸ। ਬਾਕੀ ਇਸ ਤੋਂ ਇਲਾਵਾ ਦੇਖੀਏ ਜਿਹੜੀ ਐਕਸਰਸਾਈਜ਼ ਹੈਗੀ ਲਗਭਗ 9 ਦਿਨਾਂ ਦੀ ਇਹ ਐਕਸਰਸਾਈਜ਼ ਹੈ ਜਿਹਦੀ ਸ਼ੁਰੂਆਤ 4 ਅਪ੍ਰੈਲ ਤੋਂ ਹੀ ਹੋ ਰਹੀ ਹੈਗੀ। ਤਾਂ ਇਹਦੇ ਬਾਰੇ ਯਾਦ ਰੱਖਣਾ। ਬਾਕੀ ਇੱਕ ਹੋਰ ਗੱਲ ਸੱਚ ਇਹਦਾ ਥੀਮ ਵੀ ਯਾਦ ਰੱਖ ਸਕਦੇ ਹੋ ਤੁਸੀਂ। ਇਹਦਾ ਥੀਮ ਇਸ ਵਾਰੀ ਹੈਗਾ ਰਿਵਰਸਡ ਪੀਸ ਕੀਪਿੰਗ ਆਪਰੇਸ਼ਨਸ, ਠੀਕ ਹੈ ਨਾ। ਇਹਦੇ ਬਾਰੇ ਧਿਆਨ ਵਿੱਚ ਰੱਖਣਾ। ਬਾਕੀ ਇਸ ਤੋਂ ਇਲਾਵਾ ਗੱਲ ਦੇਖੋ ਬੰਗਲਾਦੇਸ਼ ਦੀ ਆਈ ਆ। ਬੰਗਲਾਦੇਸ਼ ਬਾਰੇ ਦੇਖ ਲੈਂਦੇ ਆਪਾਂ ਕੁਝ ਕੁ ਫੈਕਟ। ਸਭ ਤੋਂ ਪਹਿਲਾਂ ਯਾਦ ਰੱਖਣਾ ਇੱਥੇ ਕੈਪੀਟਲ ਬੰਗਲਾਦੇਸ਼ ਦੀ ਕੈਪੀਟਲ ਹੈ ਢਾਕਾ। ਢਾਕਾ ਦੇ ਵਿੱਚ ਤੁਹਾਨੂੰ ਬਿਮਸਟਿਕ ਦਾ ਵੀ ਹੈੱਡ ਕੁਆਟਰ ਮਿਲ ਜਾਵੇਗਾ। ਬਾਕੀ ਇੱਥੇ ਜਿਹੜੀ ਕਰੰਸੀ ਚੱਲਦੀ ਹੈ ਟਕਾ ਚੱਲਦੀ ਹੈ, ਯਾਦ ਰੱਖਣਾ। PM ਦੀ ਗੱਲ ਕਰਾਂ ਤਾਂ ਸ਼ੇਖ ਹਸੀਨਾ ਜੀ, ਪ੍ਰੈਜ਼ੀਡੈਂਟ ਹੈਗੇ ਨੇਗੇ ਅਬਦੁਲ ਹਾਮੀਦ ਸਾਹਿਬ ਔਰ ਇੱਥੇ ਆਪਣੇ ਭਾਰਤੀ ਰਾਜਦੂਤ ਦਾ ਨਾਮ ਹੈਗਾ ਬਿਕਰਮ ਦੁਰਾਈ ਸਵਾਮੀ, ਠੀਕ ਹੈ ਨਾ, ਯਾਦ ਰੱਖਣਾ। ਬਾਕੀ ਦੇਖੋ ਆਪਾਂ ਨੇ ਬੰਗਲਾਦੇਸ਼ ਬਾਰੇ ਇੱਕ ਕੁਐਸਚਨ ਪੜ੍ਹਿਆ ਸੀ ਲਾਸਟ ਕਲਾਸ ਵਿੱਚ, ਤੁਹਾਨੂੰ ਪਤਾ ਹੋਣਾ ਚਾਹੀਦਾ ਗਾ। ਆਪਣੇ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਇੱਕ ਟ੍ਰੇਨ ਚਲਾਈ ਜਾ ਰਹੀ ਹੈ ਜਿਹਦਾ ਨਾਂ ਗਾ ਮਿਤਾਲੀ ਐਕਸਪ੍ਰੈਸ ਟ੍ਰੇਨ। ਭਾਰਤ ਦੀ ਅਤੇ ਬੰਗਲਾਦੇਸ਼ ਵਿਚਕਾਰ ਤੀਜੀ ਜਿਹੀ ਟ੍ਰੇਨ ਹੈ ਇਹ, ਜਿਹੜੀ ਕਿ ਆਪਣੇ ਭਾਰਤ ਦੇ ਵੈਸਟ ਬੰਗਾਲ ਦਾ ਇੱਕ ਇਲਾਕਾ ਗਾ ਨਿਊ ਜਲਪਾਈਗੁੜੀ ਤੋਂ ਲੈ ਕੇ ਬੰਗਲਾਦੇਸ਼ ਦੀ ਕੈਪੀਟਲ ਢਾਕਾ ਦੇ ਵਿਚਕਾਰ ਚੱਲੇਗੀ। ਬਾਕੀ ਦੇਖੋ ਇਸ ਕੁਐਸਚਨ ਵਿੱਚ ਆਪਾਂ ਨੇ ਗੱਲ ਕੀਤੀ ਸੀਗੀ ਬੰਗਲਾਦੇਸ਼ ਦੇ ਰਾਸ਼ਟਰਪਿਤਾ ਯਾਨੀ ਕਿ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੀ। ਦੇਖੋ ਜਿਹੜੇ ਸ਼ੇਖ ਮੁਜੀਬੁਰ ਰਹਿਮਾਨ ਸਾਹਿਬ ਨੇ ਬੜੇ ਇੰਪੋਰਟੈਂਟ ਵਿਅਕਤੀ ਹੈਗੇ ਨੇ ਕਿਉਂਕਿ ਇਹਨਾਂ ਨੂੰ ਹੁਣ ਸਾਲ 2020 ਦਾ ਗਾਂਧੀ ਸ਼ਾਂਤੀ ਪੁਰਸਕਾਰ ਵੀ ਮਿਲਿਆ ਗਾ।
बाकी इस तो इलावा देखो बंद बंगू शेख मुजीबुर रहमान ਦੇ ਬਾਰੇ ਅਗਰ ਆਪਾਂ ਦੇਖੀਏ ਤਾਂ ਯੂਨੈਸਕੋ ਨੇ ਵੀ ਇਹਨਾਂ ਦੇ ਨਾਮ ਤੇ ਇੱਕ ਪ੍ਰਾਈਜ਼ ਸ਼ੁਰੂ ਕਰਨ ਦੀ ਵੀ ਘੋਸ਼ਣਾ ਕੀਤੀ ਸੀਗੀ। ਇਹਦੇ ਬਾਰੇ ਤੁਸੀਂ ਯਾਦ ਰੱਖਣਾ। ਬਾਕੀ ਹੋਰ ਕੀ ਯਾਦ ਰੱਖ ਸਕਦੇ, ਦੇਖੋ ਇੱਕ ਹੋਰ ਵਿਅਕਤੀ ਨੇ ਇੱਥੇ ਜਿਨ੍ਹਾਂ ਦਾ ਗਾ ਸ਼ਹਾਦਤ ਰਹਿਮਾਨ। ਸ਼ਹਾਦਤ ਰਹਿਮਾਨ ਨੂੰ ਹੁਣ ਰੀਸੈਂਟਲੀ ਅੰਤਰਰਾਸ਼ਟਰੀ ਬਾਲ ਸ਼ਾਂਤੀ ਪੁਰਸਕਾਰ ਲਈ ਚੁਣਿਆ ਗਿਆ। ਇਹ ਵੀ ਬੰਗਲਾਦੇਸ਼ ਤੋਂ ਹੀ ਹੈਗੇ ਨੇਗੇ। ਤਾਂ ਇੰਨੇ ਕੁ ਫੈਕਟ ਇਹਦੇ ਨਾਲ ਰਿਲੇਟਡ ਯਾਦ ਰੱਖਣੇ ਨੇ ਜੀ, ਬਹੁਤ ਨੇਗੇ। ਬਾਕੀ ਇਸ ਤੋਂ ਇਲਾਵਾ ਦੋਸਤੋ ਤੁਸੀਂ ਕਹਿ ਰਹੇ ਸੀ ਵੀ ਆਪਣੀ ਇੱਕ ਨਾ ਇੰਡੈਕਸ 'ਤੇ ਵੀਡੀਓ ਬਣਾਉਣੀ ਹੈਗੀ, ਠੀਕ ਹੈ ਨਾ। ਮੈਂ ਕਾਫੀ ਦੇਖ ਰਿਹਾ ਸੀ, ਕਮੈਂਟ ਆ ਰਹੇ ਨੇਗੇ, ਅਤੇ ਉਹ ਵੀਡੀਓ ਤੁਹਾਨੂੰ ਅੱਜ ਜਾਂ ਕੱਲ੍ਹ ਤੱਕ ਦੇਖਣ ਨੂੰ ਮਿਲ ਜਾਵੇਗੀ, ਠੀਕ ਹੈ ਨਾ। ਜਿਹਦੇ ਵਿੱਚ ਕਿ ਆਪਾਂ ਬੈਸਟ ਜਿਹੜੀ ਆਪਣੀਆਂ ਰੈਂਕਿੰਗ ਔਰ ਇੰਡੈਕਸ ਹੁੰਦੇ ਨੇਗੇ ਉਹਦੇ ਵਿੱਚ ਕਵਰ ਕਰਾਂਗੇ, ਔਰ ਉਸ ਤੋਂ ਬਾਅਦ ਰੈਂਕਿੰਗ ਅਤੇ ਇੰਡੈਕਸ ਵਿੱਚ ਥੋੜ੍ਹਾ ਇੱਕ ਵੀ ਕੁਐਸਚਨ ਬਾਹਰ ਨਹੀਂ ਜਾਏਗਾ, ਇੰਨੀ ਆਪਾਂ ਗਰੰਟੀ ਲੈ ਸਕਦੇ ਹਾਂ, ਠੀਕ ਹੈ ਨਾ ਉਹਦੀ। ਤਾਂ ਬੜੀ ਇੰਪੋਰਟੈਂਟ ਉਹ ਕਲਾਸ ਹੋਏਗੀ, ਬਸ ਉਹਨੂੰ ਅੱਜ ਸ਼ਾਮ ਤੱਕ ਦੇਖਣ ਨੂੰ ਸ਼ਾਇਦ ਉਹ ਮਿਲ ਜਾਵੇਗੀ, ਤਾਂ ਉਹ ਵੀ ਸਭ ਨੇ ਜ਼ਰੂਰ ਦੇਖਣੀ ਹੈਗੀ। ਸੋ ਗੱਲ ਕਰਦੇ ਹਾਂ ਜੀ ਨੈਕਸਟ ਕੁਐਸਚਨ ਬਾਰੇ। Which state government has proposed ਮਹਿੰਦਰਗਿਰੀ as the second biosphere reserve of the state? ਕਹਿੰਦੇ ਜੀ ਕਿਸ ਰਾਜ ਸਰਕਾਰ ਨੇ ਮਹਿੰਦਰਗਿਰੀ ਨੂੰ ਰਾਜ ਦਾ ਦੂਜਾ ਬਾਇਓਸਪੀਅਰ ਰਿਜ਼ਰਵ ਵਜੋਂ ਪੇਸ਼ ਕੀਤਾ ਗਾ। ਦੇਖੋ ਅਗਰ ਆਪਾਂ ਇਸ ਕੁਐਸਚਨ ਬਾਰੇ ਗੱਲ ਕਰੀਏ ਤਾਂ ਜਿਹੜਾ ਇਹ ਮਹਿੰਦਰਗਿਰੀ ਬਾਇਓਸਪੀਅਰ ਹੈਗਾ ਇਹ ਹੈ ਜੀ ਉੜੀਸਾ ਦੇ ਵਿੱਚ, ਜਿਹੜਾ ਕਿ ਹੁਣ ਦੂਜਾ ਬਾਇਓਸਪੀਅਰ ਹੋ ਜਾਵੇਗਾ ਉੜੀਸਾ ਦਾ। ਇਸ ਤੋਂ ਪਹਿਲਾਂ ਵੀ ਅਗਰ ਆਪਾਂ ਗੱਲ ਕਰੀਏ ਤਾਂ ਉੜੀਸਾ ਵਿੱਚ ਇੱਕ ਬਾਇਓਸਪੀਅਰ ਹੈਗਾ ਜਿਹਦਾ ਨਾਮ ਹੈਗਾ ਸਿਮਲੀਪਲ ਬਾਇਓਸਪੀਅਰ, ਜਿਹੜਾ ਕਿ ਉੜੀਸਾ ਦੇ ਮਯੂਰਗੰਜ ਡਿਸਟ੍ਰਿਕਟ ਵਿੱਚ ਹੈਗਾ ਗਾ। ਔਰ ਇਹਨੂੰ ਸੈਕਿੰਡ ਇੱਥੋਂ ਦਾ ਹੋ ਜਾਵੇਗਾ ਮਹਿੰਦਰਗਿਰੀ। ਅਸਲ ਦੇ ਵਿੱਚ ਉੜੀਸਾ ਦਾ ਨਾ ਇੱਕ ਜ਼ਿਲ੍ਹਾ ਹੈਗਾ ਜਿਹਦਾ ਨਾਮ ਹੈਗਾ ਗਜਪਤੀ ਜ਼ਿਲ੍ਹਾ, ਉੱਥੇ ਇਹ ਜਿਹੜਾ ਮਹਿੰਦਰਗਿਰੀ ਨਾਂ ਦਾ ਪਰਬਤ ਹੈਗਾ, ਲਗਭਗ ਇਹ ਪਰਬਤ ਦੀ ਉਚਾਈ 1501 ਮੀਟਰ ਹੈਗੀ, ਔਰ ਜਿਹੜਾ ਕਿ ਹੁਣ ਦੂਜਾ ਬਾਇਓਸਪੀਅਰ ਹੋਵੇਗਾ ਉੜੀਸਾ ਦਾ, ਠੀਕ ਹੈ ਨਾ। ਤਾਂ ਇਹਦੇ ਬਾਰੇ ਯਾਦ ਰੱਖ ਸਕਦੇ ਹੋਗੇ, ਤਾਂ ਇਹ ਬੜਾ ਇੱਕ ਇੰਪੋਰਟੈਂਟ ਜਿਹੜਾ ਕੁਐਸਚਨ ਹੈਗਾ ਗਾ। ਅੱਛਾ ਬਾਇਓਸਪੀਅਰ ਦੀ ਗੱਲ ਆਈ ਆ, ਅਗਰ ਤੁਹਾਨੂੰ ਕਦੇ ਕੁਐਸਚਨ ਆ ਜਾਏ ਆਪਣੇ ਭਾਰਤ ਦਾ ਸਭ ਤੋਂ ਵੱਡਾ ਬਾਇਓਸਪੀਅਰ ਕਿਹੜਾ ਗਾ, ਤਾਂ ਯਾਦ ਰੱਖਣਾ ਨੀਲਗਿਰੀ ਬਾਇਓਸਪੀਅਰ ਸਭ ਤੋਂ ਵੱਡਾ ਗਾ। ਲਗਭਗ ਇਹਦੇ ਏਰੀਆ ਦੀ ਗੱਲ ਕਰਾਂ ਤਾਂ 5520 ਕਿਲੋਮੀਟਰ ਸਕੁਏਅਰ ਇਸ ਦਾ ਨੀਲਗਿਰੀ ਬਾਇਓਸਪੀਅਰ ਦਾ ਏਰੀਆ ਹੈਗਾ ਜੀ, ਜਿਹੜਾ ਕਿ ਆਪਣੇ ਭਾਰਤ ਦੇ 3 ਸਟੇਟਾਂ ਯਾਨੀ ਕਿ ਤਮਿਲਨਾਡੂ, ਕੇਰਲਾ ਅਤੇ ਕਰਨਾਟਕਾ, ਇਹਨਾਂ ਤਿੰਨਾਂ ਦੇ ਵਿੱਚ ਆਉਂਦਾ ਗਾ। ਤਾਂ ਇਹਦੇ ਬਾਰੇ ਵੀ ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ। ਬਾਕੀ ਗੱਲ ਦੇਖੋ ਉੜੀਸਾ ਦੀ ਆਈ ਹੈ ਤਾਂ ਉੜੀਸਾ ਬਾਰੇ ਵੀ ਦੇਖ ਲੈਂਦੇ ਆਪਾਂ। ਦੇਖੋ ਉੜੀਸਾ ਨਾਲ ਰਿਲੇਟਡ ਇੱਕ ਕੁਐਸਚਨ ਯਾਦ ਰੱਖਣਾ, ਹੁਣ ਰੀਸੈਂਟਲੀ ਯਾਨੀ ਕਿ 1 ਅਪ੍ਰੈਲ ਨੂੰ ਉੜੀਸਾ ਦਾ ਸਥਾਪਨਾ ਦਿਵਸ ਵੀ ਹੈਗਾ ਸੀਗਾ। ਯਾਨੀ ਕਿ ਉੜੀਸਾ ਦੀ ਗੱਲ ਕਰਾਂ ਤਾਂ 1 ਅਪ੍ਰੈਲ 1936 ਨੂੰ ਇਹਦੀ ਸਥਾਪਨਾ ਹੋਈ ਸੀ ਸਟੇਟ ਦੀ, ਔਰ 1 ਅਪ੍ਰੈਲ ਨੂੰ ਜਿਹੜਾ ਦਿਨ ਹੈ ਨਾ ਉਤਕਲ ਦਿਵਸ ਵਜੋਂ ਮਨਾਇਆ ਜਾਂਦਾ ਉੜੀਸਾ ਦੇ ਵਿੱਚ। ਤਾਂ ਇਹਦੇ ਬਾਰੇ ਤੁਸੀਂ ਯਾਦ ਜ਼ਰੂਰ ਰੱਖਣਾ ਗਾ। ਬਾਕੀ ਉੜੀਸਾ ਬਾਰੇ ਦੇਖੀਏ ਤਾਂ ਕੈਪੀਟਲ ਹੈਗੀ ਇਹਦੀ ਭੁਵਨੇਸ਼ਵਰ, ਠੀਕ ਹੈ ਨਾ ਜੀ, ਭੁਵਨੇਸ਼ਵਰ ਯਾਦ ਰੱਖਣਾ। ਔਰ ਇੱਥੋਂ ਦੇ ਸੀਐਮ ਹੈਗੇ ਨੇਗੇ ਨਵੀਨ ਪਟਨਾਇਕ ਸਾਹਿਬ, ਗਵਰਨਰ ਹੈ ਗਣੇਸ਼ੀ ਲਾਲ। ਵੈਸੇ ਇੱਥੇ ਨਵੇਂ ਚੀਫ ਜਸਟਿਸ ਬਣੇ ਸੀਗੇ ਐਸ ਮੁਰਲੀਧਰ ਸੀ, ਉਹਨਾਂ ਦਾ ਨਾਮ ਯਾਦ ਰੱਖ ਸਕਦੇ ਹੋ। ਦੇਖੋ ਉੜੀਸਾ ਬਾਰੇ ਗੱਲ ਕਰੀਏ ਤਾਂ ਆਪਾਂ ਨੇ ਰੀਸੈਂਟਲੀ ਇੱਕ ਕੁਐਸਚਨ ਪੜ੍ਹਿਆ, ਥੋੜ੍ਹੇ ਯਾਦ ਰਹਿਣਾ ਚਾਹੀਦਾ। ਆਪਣੇ ਭਾਰਤ ਦੀ ਪਹਿਲੀ ਚੈਸ ਅਕੈਡਮੀ ਉੜੀਸਾ ਦੀ ਕੈਪੀਟਲ ਭੁਵਨੇਸ਼ਵਰ ਦੇ ਵਿੱਚ ਬਣਨ ਜਾ ਰਹੀ ਹੈਗੀ, ਤਾਂ ਇਹਦੇ ਬਾਰੇ ਵੀ ਯਾਦ ਰੱਖਣਾ। ਹਾਲਾਂਕਿ ਸਪੋਰਟਸ ਨਾਲ ਰਿਲੇਟਡ ਗੱਲ ਕਰੀਏ ਤਾਂ ਹਾਕੀ ਬਾਰੇ ਵੀ ਬੜਾ ਇੰਪੋਰਟੈਂਟ ਫੈਕਟ ਜੁੜਿਆ ਹੈ ਉੜੀਸਾ ਨਾਲ, ਕਿਉਂਕਿ ਉੜੀਸਾ ਦਾ ਇੱਕ ਸ਼ਹਿਰ ਹੈਗਾ ਰਾਉਰਕੇਲਾ। ਰਾਉਰਕੇਲਾ ਦੇ ਵਿੱਚ ਆਪਣੇ ਭਾਰਤ ਦਾ ਸਭ ਤੋਂ ਵੱਡਾ ਹਾਕੀ ਸਟੇਡੀਅਮ ਬਣਨ ਜਾ ਰਿਹਾ ਹੈਗਾ, ਜਿਹਦਾ ਨਾਮ ਬਿਰਸਾ ਮੁੰਡਾ ਦੇ ਨਾਮ 'ਤੇ ਰੱਖਿਆ ਜਾਵੇਗਾ। ਤਾਂ ਇਹਦੇ ਬਾਰੇ ਯਾਦ ਰੱਖਣਾ। ਬਾਕੀ ਇਸ ਤੋਂ ਇਲਾਵਾ ਇੱਕ ਆਪਣੇ ਇੰਡੈਕਸ ਆਇਆ ਸੀਗਾ ਜਿਹਦੇ ਵਿੱਚ ਕਿਹਾ ਗਿਆ ਸੀ ਭਾਰਤ ਵਿੱਚ ਸਭ ਤੋਂ ਪ੍ਰਦੂਸ਼ਿਤ ਜਿਹੜੀਆਂ ਥਾਵਾਂ ਨੇਗੀਆਂ, ਸਭ ਤੋਂ ਵੱਧ ਥਾਵਾਂ ਹੈਗੀਆਂ ਨੇ ਉੜੀਸਾ ਵਿੱਚ। ਉਹਨਾਂ ਵਿੱਚੋਂ ਕੇਵਲ ਜਿਹੜੀਆਂ 23 ਥਾਵਾਂ ਨੇਗੀਆਂ ਉਹ ਉੜੀਸਾ ਵਿੱਚ ਹੀ ਹੈਗੀਆਂ ਨੇ, ਇਸ ਕਰਕੇ ਉੜੀਸਾ ਵਿੱਚ ਸਭ ਤੋਂ ਵੱਧ ਦੂਸ਼ਿਤ ਥਾਵਾਂ ਨੇਗੀਆਂ। ਇਹ ਫੈਕਟ ਤੁਸੀਂ ਯਾਦ ਰੱਖ ਸਕਦੇ ਹੋ। ਬਾਕੀ ਦੁਨੀਆ ਦਾ ਸਭ ਤੋਂ ਵੱਡਾ ਵਾਈਟ ਕਰੋਕੋਡਾਈਲ ਪਾਰਕ ਵੀ ਉੜੀਸਾ ਵਿੱਚ ਹੀ ਖੋਲ੍ਹਿਆ ਜਾਵੇਗਾ, ਤਾਂ ਇਹਦੇ ਬਾਰੇ ਯਾਦ ਰੱਖਣਾ ਤੁਹਾਨੂੰ। ਬਾਕੀ ਇਸ ਤੋਂ ਇਲਾਵਾ ਉੜੀਸਾ ਨੇ ਇੱਕ ਫੈਸਟੀਵਲ ਮਨਾਇਆ ਸੀ, ਵੈਸੇ ਉਹਦਾ ਨਾਂ ਸੀ ਤਸ਼ਾਲੀ ਨੈਸ਼ਨਲ ਕ੍ਰਾਫਟ ਫੇਅਰ, ਠੀਕ ਹੈ ਨਾ, ਉੜੀਸਾ ਵਿੱਚ ਮਨਾਇਆ ਗਿਆ ਸੀਗਾ, ਯਾਦ ਰੱਖਣਾ। ਬਾਕੀ ਇਸ ਤੋਂ ਇਲਾਵਾ ਹੋਰ ਵੀ ਅਗਰ ਆਪਾਂ ਗੱਲ ਕਰੀਏ ਤਾਂ ਉੜੀਸਾ ਦਾ ਇੱਕ ਨਵਾਂ ਸਟੇਟ ਸੌਂਗ ਬਣਿਆ ਸੀ, ਬੰਦੇ ਉਤਕਲ ਜਾਨੀ ਸੀ ਉਸਦਾ ਨਾਮ, ਜਿਸ ਨੂੰ ਲਿਖਿਆ ਸੀ ਕੇ ਮਹਾਪਾਤਰਾ ਦੇ ਦੁਆਰਾ। ਤਾਂ ਇੰਨੇ ਕੁ ਫੈਕਟ ਉੜੀਸਾ ਨਾਲ ਰਿਲੇਟਡ ਯਾਦ ਰੱਖ ਲੈਣੇ ਜੀ, ਬਹੁਤ ਨੇਗੇ। ਸੋ ਗੱਲ ਕਰਦੇ ਹਾਂ ਜੀ ਨੈਕਸਟ ਕੁਐਸਚਨ ਬਾਰੇ। ਵਿਚ ਕੰਟਰੀ ਹੈਜ਼ ਅਨਾਊਂਸਡ ਦੀ ਕਮੈਂਸਮੈਂਟ ਆਫ ਦੀ ਮਲਟੀਨੈਸ਼ਨਲ 에ਅਰਫੋਰਸ ਐਕਸਰਸਾਈਜ਼ ਐਕਸਿਸ ਮੀਟ 2021। ਦੇਖੋ ਜੀ ਕਹਿੰਦੇ ਕਿਸ ਦੇਸ਼ ਨੇ ਬਹੁਰਾਸ਼ਟਰੀ ਹਵਾਈ ਸੈਨਾ ਅਭਿਆਸ ਜਿਹਨਾਂ ਦਾ ਸੀਗਾ ਐਸਿਸ ਮੀਟ 2021 ਸ਼ੁਰੂ ਕਰਨ ਦਾ ਐਲਾਨ ਕੀਤਾ ਗਾ। ਅਸਲ ਜਿਹੜੀ ਇੱਕ 에ਅਰਫੋਰਸ ਦੀ ਐਕਸਰਸਾਈਜ਼ ਹੈ ਜਿਹੜੀ ਇਹ ਸ਼ੁਰੂ ਕਰੇਗਾ ਜੀ ਪਾਕਿਸਤਾਨ ਕੰਟਰੀ, ਠੀਕ ਹੈ ਨਾ। ਤਾਂ ਇੱਕ ਇੰਪੋਰਟੈਂਟ ਕੁਐਸਚਨ ਹੈ, ਇਸ ਐਕਸਰਸਾਈਜ਼ ਦਾ ਨਾਮ ਯਾਦ ਰੱਖਣਾ, ਐਕਸਿਸ ਮੀਟ 2021 ਐਕਸਰਸਾਈਜ਼ ਦਾ ਨਾਮ ਹੈ, ਕਿਉਂਕਿ ਇਹਦੇ ਵਿੱਚ ਦੇਖੋ ਪਾਕਿਸਤਾਨ ਦੀ 에ਅਰਫੋਰਸ ਤਾਂ ਸ਼ਾਮਿਲ ਹੋਵੇਗੀ, ਔਰ ਇਸ ਤੋਂ ਇਲਾਵਾ ਰਾਇਲ ਸਾਊਦੀ 에ਅਰਫੋਰਸ ਵੀ ਇਹਦੇ ਵਿੱਚ ਸ਼ਾਮਿਲ ਹੈ, ਔਰ ਇਸ ਤੋਂ ਇਲਾਵਾ ਅਮਰੀਕਾ ਦੀ ਜਿਹੜੀ 에ਅਰਫੋਰਸ ਹੈ ਉਹ ਵੀ ਇਹਦੇ ਵਿੱਚ ਹਿੱਸਾ ਲਵੇਗੀ। ਔਰ ਇਸ ਐਕਸਰਸਾਈਜ਼ ਦਾ ਨਾਮ ਯਾਦ ਰੱਖਣਾ ਐਕਸਿਸ ਮੀਟ 2021 ਹੈ,
ਤਿੰਨ ਦੇਸ਼ ਇਹਦੇ 'ਚ ਸ਼ਾਮਿਲ ਹੋਣਗੇ ਔਰ ਤਿੰਨ ਦੇਸ਼ ਇੱਥੇ ਕੀ ਆ ਓਬਜ਼ਰਵਰ ਵਜੋਂ ਵੀ ਇਹਨਾਂ ਨੇ ਇਨਵਾਈਟ ਕੀਤੇ ਨੇ, ਜਾਣੀ ਕਿ ਇਸ ਐਕਸਰਸਾਈਜ਼ ਨੂੰ ਦੇਖਣਗੇ। ਕਿਹੜੇ ਕਿਹੜੇ ਤਿੰਨ ਦੇਸ਼ ਨੇ ਉਹ? ਬਹਿਰੀਨ ਹੈ, ਮਿਸਰ ਹੈ ਔਰ ਜਾਰਡਨ ਹੈ। ਇਹਨਾਂ ਤਿੰਨ ਦੇਸ਼ਾਂ ਦੀ 에ਅਰਫੋਰਸ ਇਸ ਐਕਸਰਸਾਈਜ਼ ਨੂੰ ਓਬਜ਼ਰਵ ਕਰੇਗੀ ਔਰ ਇਹ 'ਚ ਹਿੱਸਾ ਲਵੇਗੀ ਪਾਕਿਸਤਾਨ ਦੀ ਔਰ ਰਾਇਲ ਸਾਊਦੀ 에ਅਰਫੋਰਸ ਔਰ ਇਸ ਤੋਂ ਇਲਾਵਾ ਅਮਰੀਕੀ 에ਅਰਫੋਰਸ। ਤਾਂ ਇਹਨਾਂ ਬਾਰੇ ਤੁਸੀਂ ਯਾਦ ਰੱਖਣਾ। ਬਾਕੀ ਹੀ ਇੰਪੋਰਟੈਂਟ ਹੈ ਵੀ ਜਿਹੜੀ ਐਕਸਰਸਾਈਜ਼ ਆ ਕਿਹੜੀ ਕੰਟਰੀ ਨਾਲ ਰਿਲੇਟਡ ਹੈ? ਪਾਕਿਸਤਾਨ ਨਾਲ ਰਿਲੇਟਡ ਹੈਗੀ। ਗੱਲ ਪਾਕਿਸਤਾਨ ਦੀ ਆਈ ਆ ਤਾਂ ਪਾਕਿਸਤਾਨ ਬਾਰੇ ਦੇਖੀਏ ਤਾਂ ਇੱਥੋਂ ਦੀ ਕੈਪੀਟਲ ਇਸਲਾਮਾਬਾਦ ਪਾਕਿਸਤਾਨ ਦੀ ਕੈਪੀਟਲ ਹੈ। ਇੱਥੋਂ ਦੇ ਆਪਣੇ PM ਦੀ ਗੱਲ ਕਰੀਏ ਤਾਂ ਇਮਰਾਨ ਖਾਨ ਸਾਹਿਬ ਹੈਗੇ ਨੇ ਐਟ ਪ੍ਰੈਜੈਂਟ। ਵੈਸੇ ਪਾਕਿਸਤਾਨ ਦੇ ਜਿਹੜੇ ਪਹਿਲੇ ਪ੍ਰਧਾਨ ਮੰਤਰੀ ਸੀ ਉਹਨਾਂ ਨਾਂ ਸੀ ਲਿਆਕਤ ਅਲੀ ਖਾਨ, ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਅਗਰ ਆਪਾਂ ਇੱਥੋਂ ਦੀ ਗੱਲ ਕਰੀਏ ਰਾਸ਼ਟਰਪਤੀ ਦੀ ਤਾਂ ਆਰਿਫ ਅਲਵੀ ਸਾਹਿਬ ਐਟ ਪ੍ਰੈਜੈਂਟ ਇੱਥੇ ਰਾਸ਼ਟਰਪਤੀ ਬਣੇ ਹੋਏ ਨੇ। ਅੱਛਾ, ਪਾਕਿਸਤਾਨ ਦੇ ਜਿਹੜੇ ਸੰਸਥਾਪਕ ਸੀ ਨਾ ਮੁਹੰਮਦ ਅਲੀ ਜਿੰਨਾ, ਇਹਨਾਂ ਨਾਮ ਬੜਾ ਇੰਪੋਰਟੈਂਟ ਹੈ। ਮੁਹੰਮਦ ਅਲੀ ਜਿੰਨਾ ਦਾ ਨਾਮ ਕਿਉਂ ਇੰਪੋਰਟੈਂਟ ਹੈ? ਕਿਉਂਕਿ ਇਹਨਾਂ ਦੇ ਉੱਤੇ ਨਾ ਰੀਸੈਂਟਲੀ ਇੱਕ ਬੁੱਕ ਲਿਖੀ ਗਈ ਹੈ ਔਰ ਉਸ ਬੁੱਕ ਦਾ ਨਾਮ ਹੈ ਜਿੰਨਾ ਹਿਜ਼ ਸਕਸੈਸ ਫੇਲੀਅਰ ਐਂਡ ਰੋਲ ਇਨ ਹਿਸਟਰੀ, ਠੀਕ ਹੈ ਨਾ। ਔਰ ਇਸ ਬੁੱਕ ਨੂੰ ਲਿਖਿਆ ਗਾ ਇਸ਼ਤਿਆਕ ਅਹਿਮਦ ਦੇ ਦੁਆਰਾ। ਤਾਂ ਇਸ ਬੁੱਕ ਬਾਰੇ ਤੁਸੀਂ ਯਾਦ ਰੱਖ ਸਕਦੇ ਹੋ। ਬਾਕੀ ਇਸ ਤੋਂ ਇਲਾਵਾ ਦੇਖੋ ਪਾਕਿਸਤਾਨ ਬਾਰੇ ਕੁਝ ਕਰੰਟ ਅਫੇਅਰ ਨਿਊਜ਼ ਦੀ ਗੱਲ ਕਰੀਏ ਜਿਨ੍ਹਾਂ ਕਰਕੇ ਨਿਊਜ਼ ਵਿੱਚ ਚੱਲ ਰਿਹਾ ਸੀਗਾ, ਤਾਂ ਪਾਕਿਸਤਾਨ ਬਾਰੇ ਯਾਦ ਰੱਖਣਾ ਇਹਨੇ ਹੁਣ ਰੀਸੈਂਟਲੀ ਚੀਨੀ ਉੱਤੇ, ਕਪਾਹ ਯਾਨੀ ਕਿ ਕਾਟਨ 'ਤੇ ਔਰ ਇਸ ਤੋਂ ਇਲਾਵਾ ਸੂਤ 'ਤੇ ਇਹਨਾਂ ਨੂੰ ਇੰਪੋਰਟ ਕਰਨ ਦੇ ਪਹਿਲਾਂ ਆਪਣੇ ਭਾਰਤ ਵਿੱਚ ਕੀ ਹੈ ਇਹਨਾਂ ਨੇ ਪ੍ਰਤੀਬੰਧ ਲਗਾ ਰੱਖਿਆ ਸੀਗਾ, ਉਹ ਉਸ ਨੂੰ ਕੀ ਇਹਨਾਂ ਨੇ ਹੁਣ ਹਟਾ ਦਿੱਤਾ ਗਾ। ਤਾਂ ਇਹ ਤੁਸੀਂ ਯਾਦ ਰੱਖ ਸਕਦੇ ਹੋ ਇੱਕ ਫੈਕਟ। ਬਾਕੀ ਇਸ ਤੋਂ ਇਲਾਵਾ ਅਗਰ ਆਪਾਂ ਕ੍ਰਿਕਟ ਨਾਲ ਰਿਲੇਟਡ ਗੱਲ ਕਰੀਏ ਤਾਂ ਆਪਣੇ ਇੰਟਰਨੈਸ਼ਨਲ T20 ਮੈਚਾਂ ਦੇ ਵਿੱਚ 100 ਇੰਟਰਨੈਸ਼ਨਲ T20 ਮੈਚ ਜਿੱਤਣ ਵਾਲੀ ਪਹਿਲੀ ਅੰਤਰਰਾਸ਼ਟਰੀ ਟੀਮ ਜਿਹੜੀ ਬਣੀ ਹੈਗੀ ਪਾਕਿਸਤਾਨ ਦੀ ਬਣੀ ਹੈ, ਇਹ ਤੁਸੀਂ ਯਾਦ ਰੱਖ ਸਕਦੇ ਹੋ। ਬਾਕੀ ਪਾਕਿਸਤਾਨ ਨਾਲ ਰਿਲੇਟਡ ਗੱਲ ਕਰੀਏ ਤਾਂ ਇੱਕ ਦੋ ਨਾਮ ਬੜੇ ਇੰਪੋਰਟੈਂਟ ਨੇ ਇੱਥੇ, ਜਿਵੇਂ ਕਿ ਰਾਹੁਲ ਦੇਵ ਦਾ ਨਾਮ ਬੜਾ ਇੰਪੋਰਟੈਂਟ ਹੈਗਾ। ਰਾਹੁਲ ਦੇਵ ਦੀ ਗੱਲ ਕਰੀਏ ਤਾਂ ਪਾਕਿਸਤਾਨੀ 에ਅਰਫੋਰਸ ਦੇ ਵਿੱਚ ਪਹਿਲੇ ਹਿੰਦੂ ਪਾਇਲਟ ਬਣੇ ਸੀ ਰੀਸੈਂਟਲੀ ਰਾਹੁਲ ਦੇਵ। ਔਰ ਇਸੇ ਤਰੀਕੇ ਨਾਲ ਇੱਕ ਸੁਮਨ ਕੁਮਾਰੀ ਦਾ ਨਾਮ ਵੀ ਇੰਪੋਰਟੈਂਟ ਹੈ। ਸੁਮਨ ਕੁਮਾਰੀ ਕੌਣ ਹੈ ਭਲਾ? ਪਾਕਿਸਤਾਨ ਦੇ ਵਿੱਚ ਹਿੰਦੂ ਸਮੁਦਾਇ ਦੀ ਪਹਿਲੀ ਮਹਿਲਾ ਜੱਜ ਬਣੀ ਸੀ ਇਹ ਸੁਮਨ ਕੁਮਾਰੀ, ਠੀਕ ਹੈ ਨਾ। ਹਿੰਦੂ ਸੀ ਇਹ ਔਰ ਪਹਿਲੀ ਮਹਿਲਾ ਜੱਜ ਬਣੀ ਹੈ ਪਾਕਿਸਤਾਨ ਵਿੱਚ। ਸੋ ਸੁਮਨ ਕੁਮਾਰੀ ਦਾ ਨਾਮ ਵੀ ਇੰਪੋਰਟੈਂਟ ਹੈਗਾ। ਸੋ ਇੰਨੇ ਕੁ ਫੈਕਟ ਪਾਕਿਸਤਾਨ ਨਾਲ ਰਿਲੇਟਡ ਯਾਦ ਰੱਖ ਲਿਓ ਜੀ, ਬਹੁਤ ਨੇਗੇ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। ਵਿਚ ਕੰਟਰੀ ਹੈਜ਼ ਕ੍ਰੀਏਟਡ ਵਰਲਡ ਫਸਟ COVID-19 ਵੈਕਸੀਨ ਫॉर ਐਨੀਮਲਸ। ਦੇਖੋ ਜੀ ਕਹਿੰਦੇ ਕਿਸ ਦੇਸ਼ ਨੇ ਪਸ਼ੂਆਂ ਦੇ ਲਈ ਦੁਨੀਆ ਦੀ ਪਹਿਲੀ COVID-19 ਟੀਕਾ ਜਿਹੜਾ ਹੁਣ ਤਿਆਰ ਕੀਤਾ ਗਾ। ਦੇਖੋ ਇਹ ਜਾਨਵਰਾਂ ਦੇ ਲਈ ਪਹਿਲਾ COVID-19 ਦਾ ਅਜਿਹਾ ਟੀਕਾ ਗਾ ਜਿਹੜਾ ਕਿ ਹੁਣ ਰਸ਼ੀਆ ਕੰਟਰੀ ਦੇ ਵੱਲੋਂ ਤਿਆਰ ਕੀਤਾ ਗਿਆ ਗਾ। ਆਪਸ਼ਨ ਨੰਬਰ ਡੀ ਇੱਥੇ ਬਿਲਕੁਲ ਆਪਣਾ ਰਾਈਟ ਆਨਸਰ ਜਿਹੜਾ ਹੋ ਜਾਵੇਗਾ। ਸੋ ਬੜਾ ਇੰਪੋਰਟੈਂਟ ਕੁਐਸਚਨ ਹੈ ਜੀ, ਇਹਦੇ ਬਾਰੇ ਤੁਹਾਨੂੰ ਜ਼ਰੂਰ ਧਿਆਨ ਵਿੱਚ ਰੱਖਣਾ। ਬਾਕੀ ਦੇਖੋ ਇਸ ਵੈਕਸੀਨ ਬਾਰੇ ਗੱਲ ਕਰੀਏ ਤਾਂ ਰਸ਼ੀਆ ਨੇ ਕੇਵਲ ਹਜੇ ਕੈਟਸ ਲਈ, ਫੌਕਸਿਸ ਲਈ, ਡੌਗਸ ਲਈ ਔਰ ਮਿੰਕ ਲਈ ਇਹ ਤਿਆਰ ਕੀਤੀ ਆ। ਮਿੰਕ ਜਾਣੀ ਕਿ ਸਹੇ ਦੀ ਗੱਲ ਕੀਤੀ ਜਾ ਰਹੀ ਆ, ਆਮ ਹੀ ਹੁੰਦੇ ਨੇ ਆਪਣੇ ਪਿੰਡਾਂ ਵਿੱਚ ਸਹੇ। ਤਾਂ ਇਹਨਾਂ 4 ਜਾਨਵਰਾਂ ਵਾਸਤੇ ਜਿਹੜੀ ਵੈਕਸੀਨ ਤਿਆਰ ਕੀਤੀ ਹੈਗੀ। ਦੇਖੋ ਹਜੇ ਕੇਵਲ ਨਾ ਰਸ਼ੀਆ ਦੇ ਵਿੱਚ 2 ਬਿੱਲੀਆਂ ਦੇ ਵਿੱਚ ਇਹਨਾਂ ਨੇ ਕੋਵਿਡ ਦੇ ਜਿਹੜੇ ਲੱਛਣ ਪਾਏ ਸੀਗੇ ਔਰ ਜਿਸ ਕਰਕੇ ਇਹਨਾਂ ਨੇ ਵੈਕਸੀਨ ਤਿਆਰ ਕੀਤੀ। ਔਰ ਇਸ ਵੈਕਸੀਨ ਦਾ ਨਾਮ ਵੀ ਬੜਾ ਇੰਪੋਰਟੈਂਟ ਹੈ, ਕਾਰਨੇਵਿਕ ਕੋਵ ਇਸ ਵੈਕਸੀਨੇਸ਼ਨ ਦਾ ਨਾਮ ਹੈਗਾ, ਠੀਕ ਹੈ। ਕਾਰਨੇਵਿਕ ਕੋਵ ਇਸ ਵੈਕਸੀਨੇਸ਼ਨ ਦਾ ਨਾਮ ਹੈ, ਇਹ ਵੀ ਤੁਹਾਨੂੰ ਯਾਦ ਰੱਖਣਾ। ਬਾਕੀ ਗੱਲ ਦੇਖੋ ਰਸ਼ੀਆ ਦੀ ਆਈ ਹੈ ਤਾਂ ਰਸ਼ੀਆ ਬਾਰੇ ਯਾਦ ਰੱਖਣਾ ਇੱਥੋਂ ਦੀ ਕੈਪੀਟਲ ਮਾਸਕੋ ਹੈ ਜੀ, ਇੱਥੋਂ ਦੀ ਕੈਪੀਟਲ। ਵੈਸੇ ਇੱਕ ਇੰਡੈਕਸ ਆਇਆ ਸੀ ਟੌਮ ਟ੍ਰੈਫਿਕ ਇੰਡੈਕਸ, ਉਸ ਦੇ ਵਿੱਚ ਟੌਪ 'ਤੇ ਰਿਹਾ ਸੀ ਮਾਸਕੋ। ਕਰੰਸੀ ਦੀ ਗੱਲ ਕਰਾਂ ਤਾਂ ਰੂਬਲ ਹੈ। ਪ੍ਰੈਜ਼ੀਡੈਂਟ ਦੀ ਗੱਲ ਕਰੀਏ ਤਾਂ ਵਲਾਦੀਮੀਰ ਪੁਤਿਨ ਸਾਹਿਬ ਇੱਥੇ ਐਟ ਪ੍ਰੈਜ਼ੈਂਟ ਪ੍ਰੈਜ਼ੀਡੈਂਟ ਹੈਗੇ ਨੇਗੇ। ਸੰਸਦ ਦੀ ਮੈਂ ਗੱਲ ਕਰਾਂ ਤਾਂ ਡਿਊਮਾ ਇੱਥੋਂ ਦੀ ਸੰਸਦ ਦਾ ਨਾਮ ਹੈਗਾ। ਤਾਂ ਇਹਦੇ ਬਾਰੇ ਤੁਸੀਂ ਯਾਦ ਰੱਖਣਾ। ਸੋ ਗੱਲ ਕਰਦੇ ਹਾਂ ਜੀ ਨੈਕਸਟ ਕੁਐਸਚਨ ਬਾਰੇ। ਇਨ ਵਿੱਚ ਕੰਟਰੀ ਵਿਲ ਇੰਡੀਆ ਸੈਟਅਪ ਰੂਪਰ ਨਿਊਕਲੀਅਰ ਪਾਵਰ ਪਲਾਂਟ। ਦੇਖੋ ਜੀ ਕਹਿੰਦੇ ਕਿਸ ਦੇਸ਼ ਵਿੱਚ ਭਾਰਤ ਰੂਪਪੁਰ ਪਰਮਾਣੂ ਊਰਜਾ ਯੋਜਨਾ ਸਥਾਪਿਤ ਹੁਣ ਕਰੇਗਾ। ਦੇਖੋ ਪਹਿਲੀ ਵਾਰ ਅਜਿਹਾ ਇਹ ਹੋ ਰਿਹਾ ਹੈਗਾ ਵੀ ਆਪਣਾ ਭਾਰਤ ਕਿਸੇ ਹੋਰ ਦੇਸ਼ ਵਿੱਚ ਨਿਊਕਲੀਅਰ ਪਾਵਰ ਪਲਾਂਟ ਜਿਹੜਾ ਸਥਾਪਿਤ ਕਰਨ ਜਾ ਰਿਹਾ ਹੈਗਾ। ਔਰ ਜਿਹੜਾ ਇਹ ਦੇਸ਼ ਹੈਗਾ ਗਾ ਇਹ ਹੈ ਜੀ ਬੰਗਲਾਦੇਸ਼ ਕੰਟਰੀ, ਠੀਕ ਹੈ ਨਾ। ਸੋ ਇਹਦੇ ਬਾਰੇ ਤੁਸੀਂ ਯਾਦ ਰੱਖਣਾ। ਅਸਲ ਦੇ ਵਿੱਚ ਇਹਦੇ ਵਿੱਚ ਸ਼ਾਮਿਲ ਆਪਣਾ ਭਾਰਤ, ਇੰਡੀਆ ਪਲੱਸ ਰਸ਼ੀਆ ਦੋਨੇ ਮਿਲ ਕੇ ਇਹ ਬੰਗਲਾਦੇਸ਼ ਦੇ ਵਿੱਚ, ਬੰਗਲਾਦੇਸ਼ ਦਾ ਜਿਹੜਾ ਇੱਕ ਇਲਾਕਾ ਗਾ ਰੂਪਪੁਰ, ਉੱਥੇ ਨਿਊਕਲੀਅਰ ਪਾਵਰ ਪਲਾਂਟ ਇਹ ਸੈਟਅਪ ਹੁਣ ਕਰ ਰਹੇ ਨੇਗੇ। ਔਰ ਇਹਨਾਂ ਦਾ ਇਹ ਪਹਿਲਾ ਅਜਿਹਾ, ਇਹਨਾਂ ਦਾ ਕਿ ਪੂਰੀ ਦੁਨੀਆ ਦੇ ਵਿੱਚ ਇਹ ਪਹਿਲੀ ਵਾਰ ਇਹ ਅਜਿਹਾ ਹੋ ਰਿਹਾ ਗਾ ਵੀ ਕੋਈ ਕੰਟਰੀ ਕਿਸੇ ਹੋਰ ਕੰਟਰੀ ਵਿੱਚ ਨਿਊਕਲੀਅਰ ਪਾਵਰ ਪਲਾਂਟ ਜਿਹੜਾ ਸਥਾਪਿਤ ਕਰ ਰਹੀ ਹੈਗੀ। ਸੋ ਇਹਦੇ ਬਾਰੇ ਯਾਦ ਰੱਖਣਾ ਜਿਹੜਾ ਕਿ ਬੰਗਲਾਦੇਸ਼ ਦੇ ਰੂਪਰ ਸ਼ਹਿਰ ਦੇ ਵਿੱਚ ਆ। ਔਰ ਇੱਥੇ ਇੱਕ ਰੂਪਰ ਸ਼ਹਿਰ ਜਿਹੜਾ ਪਦਮਾ ਨਦੀ ਦੇ ਕਿਨਾਰੇ ਵਸਿਆ ਹੋਇਆ। ਤਾਂ ਇੱਥੇ ਜਿਹੜਾ ਨਿਊਕਲੀਅਰ ਪਾਵਰ ਪਲਾਂਟ ਜਿਹੜਾ ਸਥਾਪਿਤ ਕੀਤਾ ਜਾਵੇਗਾ। ਅਸਲ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਇਸ ਨਿਊਕਲੀਅਰ ਪਾਵਰ ਪਲਾਂਟ ਦੇ ਵਿੱਚ 2 ਯੂਨਿਟਾਂ ਇਹਦੇ ਵਿੱਚ ਕੰਮ ਕਰਨਗੀਆਂ ਔਰ ਦੋਨੇ ਯੂਨਿਟਾਂ ਦੀ ਜਿਹੜੀ ਕੈਪੈਸਿਟੀ ਆ 1.2 ਗੀਗਾਵਾਟ ਹੈਗੀ,
ठीक है ना। सो बस तुमने यही याद रखना भी किहड़ी कंट्री विच इहनूं स्थापित किया जा रहा, बांग्लादेश विच कीता जा रहा। बाकी देखो बांग्लादेश बारे तो आप पहला ही गलबात कर हटे हैगे। सो गल करते हैं नैक्सट क्वेश्चन बारे। हू हैज़ बीन सिलैक्टेड एज दी 51st दादा साहिब फाल्के अवार्ड। देखो जी कहते किस नूं 51वें दादा साहिब फाल्के अवार्ड लई चुनिया गया गा। देखो अगर आप गल करिए तो फिल्म जगत में सब तो बड़ा अवार्ड है दादा साहिब फाल्के अवार्ड, और हुण यह 51वां एडिशन है इस बारी का, और जिस लिए इन्होंने चुनिया गया गा रजनीकांत नूं, ठीक है ना। सो रजनीकांत ने अपने फिल्मी करियर में पाए हुए योगदान करके इन्होंने इस अवार्ड के लिए चुनिया गया गा। सो यदी घोषणा अपने केंद्रीय मंत्री प्रकाश जावड़ेकर के द्वारा की गई है। ये तुसीं याद रख सकते हो, इन्हों का नाम रजनीकांत है, ठीक है ना। बाकी देखो रजनीकांत का नाम वैसे भी इंपोर्टेंट है क्योंकि इन्होंने सन 2000 के पद्म भूषण भी मिला होगा, फिर उस तो बाद 2016 के इन्होंने पद्म विभूषण मिला होगा, और इस तो इलावा गल करिए हुण 51वां दादा साहिब फाल्के अवार्ड लिए भी इन्हों चुनिया गया। वैसे जो दादा साहिब फाल्के अवार्ड है ये सब तो पहला सन 1969 दिता गया सीगा। किसनूं मिलिया सी? देविका राणी नूं मिलिया सीगा, और ये लास्ट बार मिलिया है अमिताभ बच्चन नूं, और हुण लेटेस्ट मिलेगा रजनीकांत नूं। तो तुसीं इन्ने फैक्ट भी याद रख सकते हो। सो गल करते हैं जी नैक्सट क्वेश्चन बारे। बट इज़ द इंडियाज़ रैंक इन द रिलीज ग्लोबल जेंडर गैप रिपोर्ट 2021। कहते जी हाल ही दे जारी ग्लोबल जेंडर गैप रिपोर्ट 2021 भारत का की दर्जा रहा। देखो अगर आप गल करिए इस इंडैक्स बारे, देखो तुहानूं मैं पहला भी दस के हटांगा सब तो शुरुआत दे भी जिन्ने भी इंपोर्टेंट इंडैक्स ने उन्होंने सारी तुहानूं वीडियो एक कंप्लीट वीडियो अज शाम तक तुहानूं मिल जाएगी इस चैनल पर, तो सब ने तुमने वो भी जरूर देखनी है। बाकी गल कर रहे हैं इस क्वेश्चन बारे ग्लोबल जेंडर गैप रिपोर्ट बारे। ये टोटल 156 देश शामिल से, जिहदे भारत रहा 140वें नंबर पर, तो तुमने ये बारे याद रखना। बाकी इस रिपोर्ट की गल करिए तो फस्ट नंबर वाला भी इंपोर्टेंट है क्योंकि फस्ट नंबर पर इस आइसलैंड कंट्री रहा गा। आइसलैंड बारे गल करिए तो लगातार 12वीं बार यह इस इंडैक्स में टॉप पर आ, और अपना भारत 140वें नंबर पर, 156वें नंबर पर है अफगानिस्तान कंट्री। तो ये भी तुसीं नाल याद रख सकते हो। बाकी इस तो इलावा गल करिए देखो ऑप्शन नंबर 139 नंबर पर आगा। एक इंडैक्स है सी वर्ल्ड हैप्पीनैस इंडैक्स, ये भारत 139वें नंबर पर सी, टॉप ते सीगा अपना वर्ल्ड हैप्पीनैस इंडैक्स विचों फिनलैंड कंट्री। 56वें नंबर पर गल करिए तो एक ग्लोबल हाउस प्राइज इंडैक्स आया सी, भारत 56वें नंबर पर सी, टॉप ते सी टर्की। 53 ते गल करिए तो भारत एक इंडैक्स आया सी डेमोक्रेसी इंडैक्स, उहदे 53 नंबर पर सी, और नॉर्वे कंट्री दे टॉप ते सी। तो ये भी तुसीं याद रख सकते हो। बाकी जिहड़े कंप्लीट इंडैक्स ने अज शाम तक तुहानूं देखण नूं मिल जाणगे। सो गल करते हैं जी नैक्सट क्वेश्चन बारे। दी सेंट्रल गवर्नमेंट हैज़ प्रपोज्ड हाउ मैनी % टैक्स रिबेट ऑन द सबमिशन ऑफ स्क्रैप सर्टिफिकेट ऑफ द ओल्ड व्हीकल बिफोर द परचेज ऑफ न्यू व्हीकल्स। देखो क्वेश्चन बड़ा इंपोर्टेंट है जी, ये कईयों को समझ नहीं आना, मैं तुहानूं सिंपल भाषा सारा क्वेश्चन दसूँगा, पंजाबी में एक बार पढ़ लैने आपां। कहते केंद्र सरकार ने नवे बाहन खरीदण तो पहला पुराने बाहनां दे स्क्रैप सर्टिफिकेट जमा कराउण ते किन्ने % टैक्स की छूट का प्रस्ताव रखा गा। देखो ये प्रस्ताव असल में रखा गया 25% का। भारत सरकार कई मतलब बहुत लंबे समय तो ये बारे सोच रही सी भी इस चीज़ को लागू किया जाए। मकसद ये है भी भारत दी सड़कों तो जोड़े ज़्यादा पुराने वहीकल ने उन्होंने हटाना, यानी कि लगभग 15 साल तो वध पुराने वहीकलों को खत्म करना। तो इस पॉलिसी पिछे यही कारण है। और अगर आप इस क्वेश्चन बारे गल करिए, देखो स्क्रैप सर्टिफिकेट की है, जब ये जोड़े अपने देखो ज़्यादा पुराने वहीकल ने अगर आप उन्होंने जमा करा के उन्हें थां ते नवे वहीकल लैने तो एक अपने को अगर स्क्रैप सर्टिफिकेट अगर आपको मिलता गा तो उसके जरिए अगर आप नवा वहीकल लैने तो जोड़े अपना रोड टैक्स लगता होंगे तो वो आपू 25% की क्या छूट दी जाएगी, ठीक है ना। अगर तो अपना निजी वाहन है तो वो 25% की छूट दी जाएगी अगले 8 सालों तक। और अगर अपने को कोई भी कमर्शियल वर्क लिए अगर आप व्हीकल लैने तो आपू रोड टैक्स 15% की छूट मिलेगी, ठीक है ना, अगले 15 सालों तक। तो सिंपल तुसीं इस तरीके नाल इहनूं याद रख सकते होगे, यह एक इंपोर्टेंट जिहड़ा क्वेश्चन हैगा गा। सो गल करते हैं जी नैक्सट क्वेश्चन बारे। विच स्टेट हैज़ बिकम द फस्ट स्टेट इन इंडिया विद 2 ग्रीन एनर्जी एफिशिएंट सिटीज़। देखो जी कहते किहड़ा राज हरी ऊर्जा कुशल 2 शहरों वाला भारत का पहला राज बन चुकिया गा। देखो जो यह राज बनया गा वो है जी बिहार स्टेट बनया, ऑप्शन नंबर सी इत्थे राइट आंसर हो जाएगा। ये 2 शहर है किहड़े-किहड़े ने, पहला हैगा राजगीर और दूजा हैगा बोध गया।
ਅਸਲ ਦੇ ਵਿੱਚ ਜਿਹੜਾ ਇਹ ਹਰੀ ਊਰਜਾ ਦੀ ਗੱਲ ਕੀਤੀ ਜਾ ਰਹੀ ਹੈ ਇਹ ਹੈਗਾ ਕਿ ਗ੍ਰੀਨ એનર્ਜੀ, ਯਾਨੀ ਕਿ ਜਿਹੜੀ ਵੀ ਇੱਥੇ ਇਹਨਾਂ ਦੋਨੇ ਸ਼ਹਿਰਾਂ ਵਿੱਚ ਬਿਜਲੀ ਪੈਦਾ ਕੀਤੀ ਜਾਵੇਗੀ ਬਿਲਕੁਲ ਰੀਨਿਊਏਬਲ એનર્ਜੀ ਉਹ ਹੋਵੇਗੀ। ਰੀਨਿਊਏਬਲ એનર્ਜੀ ਜਿਹੜੀ ਕਿ ਮਤਲਬ ਆਪਾਂ ਨੂੰ ਕੁਦਰਤੀ ਤਰੀਕੇ ਨਾਲ ਮਿਲਦੀ ਆ, ਯਾਨੀ ਕਿ ਹੁਣ ਕਿਹਾ ਗਿਆ ਬਿਹਾਰ ਦੇ ਵਿੱਚ ਸੌਰ ਊਰਜਾ ਤੋਂ ਕੀ ਆ ਬਿਜਲੀ ਪੈਦਾ ਕੀਤੀ ਜਾਵੇਗੀ ਪੂਰੇ ਤਰੀਕੇ ਨਾਲ ਇਹਨਾਂ ਦੋ ਸ਼ਹਿਰਾਂ ਦੇ ਵਿੱਚ, ਠੀਕ ਹੈ ਨਾ। ਔਰ ਇਸ ਤਰੀਕੇ ਨਾਲ ਇਹ ਪਹਿਲਾ ਸਟੇਟ ਹੋ ਜਾਵੇਗਾ ਆਪਣੇ ਭਾਰਤ ਦਾ। ਤਾਂ ਇਹ ਕੁਐਸਚਨ ਬੜਾ ਇੰਪੋਰਟੈਂਟ ਹੈਗਾ, ਇਹਦੇ ਬਾਰੇ ਤੁਸੀਂ ਯਾਦ ਰੱਖਣਾ। ਬਾਕੀ ਗੱਲ ਦੇਖੋ ਬਿਹਾਰ ਦੀ ਆਈਏ ਤਾਂ ਬਿਹਾਰ ਬਾਰੇ ਦੇਖ ਲੈਂਦੇ ਆਪਾਂ ਕੁਝ ਕੁ ਫੈਕਟ। ਬਿਹਾਰ ਬਾਰੇ ਦੇਖੀਏ ਤਾਂ ਕੈਪੀਟਲ ਇੱਥੇ ਹੈਗੀ ਹੈ ਜੀ ਪਟਨਾ। ਬਿਹਾਰ ਦੇ ਸੀਐਮ ਹੁਣ ਬਣੇ ਸੀਗੇ ਨਿਤੀਸ਼ ਕੁਮਾਰ, 7ਵੀਂ ਵਾਰ ਇੱਥੋਂ ਦੇ ਸੀਐਮ ਬਣੇ ਨੇ ਇਹ। ਔਰ ਇਸ ਤੋਂ ਇਲਾਵਾ 2 ਡਿਪਟੀ ਸੀਐਮ ਵੀ ਬਣੇ ਨੇ ਵੈਸੇ, ਪਹਿਲੇ ਸੀ ਤਾਰ ਕਿਸ਼ੋਰ ਪ੍ਰਸਾਦ, ਦੂਜੀ ਆ ਰੇਨੂ ਦੇਵੀ। ਔਰ ਇੱਥੇ ਗਵਰਨਰ ਦੀ ਗੱਲ ਕਰਾਂ ਤਾਂ ਫੱਗੂ ਚੌਹਾਨ ਐਟ ਪ੍ਰੈਜ਼ੈਂਟ ਇੱਥੇ ਗਵਰਨਰ ਹੈ, ਠੀਕ ਹੈ ਨਾ, ਯਾਦ ਰੱਖਣਾ। ਵੈਸੇ ਨਵੇਂ ਚੀਫ ਜਸਟਿਸ ਇੱਥੇ ਸੰਜੇ ਕਰੋਲ ਬਣੇ ਨੇ, ਯਾਦ ਰੱਖ ਸਕਦੇ ਹੋ। ਔਰ ਇੱਥੇ ਨਵੇਂ ਚੀਫ ਸੈਕਟਰੀ ਵੀ ਬਣੇ ਨੇ, ਅਰੁਣ ਕੁਮਾਰ ਸਿੰਘ ਇੱਥੇ ਚੀਫ ਸੈਕਟਰੀ ਬਣੇ ਨੇ। ਤਾਂ ਇਹਨਾਂ ਬਾਰੇ ਯਾਦ ਰੱਖਣਾ। ਬਾਕੀ ਆਪਣੇ ਭਾਰਤ ਦਾ ਪਹਿਲਾ ਸਟੇਟ ਬਿਹਾਰ ਹੀ ਹੈਗਾ ਗਾ ਜਿਸ ਨੇ ਕਿ ਇਥੋਨੋਲ ਸੰਸ਼ੋਧਨ ਨੀਤੀ ਨੂੰ ਲਾਗੂ ਕੀਤਾ ਗਾ, ਇਹਦੇ ਬਾਰੇ ਯਾਦ ਰੱਖ ਸਕਦੇ ਹੋ। ਔਰ ਆਪਣੇ ਦੇਸ਼ ਦਾ ਪਹਿਲਾ ਡਾਲਫਿਨ ਰਿਸਰਚ ਸੈਂਟਰ ਉਹ ਵੀ ਬਿਹਾਰ ਵਿੱਚ ਹੀ ਸਥਾਪਿਤ ਕੀਤਾ ਗਿਆ ਹੁਣ। ਔਰ ਬਿਹਾਰ ਨੇ ਦੇਖੋ ਜੀ ਸਾਲ 2020 ਦਾ ਡਿਜੀਟਲ ਇੰਡੀਆ ਅਵਾਰਡ ਵੀ ਜਿੱਤਿਆ ਹੁਣ। ਬਿਹਾਰ ਦੇ ਵਿੱਚ ਹੀ ਇੱਕ ਫੈਸਟੀਵਲ ਕਲਰਵ ਨੂੰ ਮਨਾਇਆ ਗਿਆ ਗਾ। ਤਾਂ ਇੰਨੇ ਕੁ ਫੈਕਟ ਬਿਹਾਰ ਨਾਲ ਰਿਲੇਟਡ ਯਾਦ ਰੱਖਣੇ, ਰੀਸੈਂਟ ਦੇ ਜਿਹੜੇ ਸਾਰੇ ਇਹ ਫੈਕਟ ਨੇਗੇ। ਸੋ ਇਸ ਤੋਂ ਬਾਅਦ ਦੇਖੀਏ ਤਾਂ ਤੁਹਾਡੇ ਲਈ ਜਿਹੜਾ ਪ੍ਰਸ਼ਨ ਹੈ ਜਿਹਦਾ, ਤਾਂ ਇਹਦੇ ਬਾਰੇ ਇਹਦਾ ਰਾਈਟ ਆਨਸਰ ਸਭ ਨੇ ਜ਼ਰੂਰ ਦੱਸਣਾ ਕਮੈਂਟ ਬਾਕਸ ਦੇ ਵਿੱਚ ਜੀ, ਠੀਕ ਹੈ ਨਾ। ਔਰ ਤੁਹਾਡੇ ਲਈ ਪ੍ਰਸ਼ਨ ਹੈਗਾ, ਕਹਿੰਦੇ ਸਾਲ 2020 ਦੇ 30ਵੇਂ ਸਰਸਵਤੀ ਸਨਮਾਨ ਲਈ ਕਿਸ ਨੂੰ ਚੁਣਿਆ ਗਿਆ ਗਾ। ਹੂ ਹੈਜ਼ ਬੀਨ ਸਿਲੈਕਟਡ ਫॉर ਦੀ 30 ਸਰਸਵਤੀ ਸਨਮਾਨ ਫॉर ਦੀ ਈਅਰ 2020। ਆਪਸ਼ਨ ਤੁਹਾਡੇ ਸਾਹਮਣੇ ਨੇ ਗਿਆ, ਜਿਨ੍ਹਾਂ ਨੂੰ ਵੀ ਚੁਣਿਆ ਗਿਆ ਉਹਨਾਂ ਬਾਰੇ ਵੀ ਲਿਖ ਸਕਦੇ ਹੋ। ਬਾਕੀ ਸਰਸਵਤੀ ਸਨਮਾਨ ਨੂੰ ਕਿਹਦੇ ਦੁਆਰਾ ਦਿੱਤਾ ਜਾਂਦਾ ਗਾ ਤਾਂ ਉਹਨਾਂ ਬਾਰੇ ਵੀ ਤੁਸੀਂ ਲਿਖ ਸਕਦੇ ਹੋਗੇ। ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਲਾਸ। ਆਈ ਹੋਪ ਕਲਾਸ ਤੁਹਾਨੂੰ ਵਧੀਆ ਲੱਗੀ ਹੋਏਗੀ ਜੀ। ਸੋ ਕਲਾਸ ਵਧੀਆ ਲੱਗੀ ਤਾਂ ਇਹਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ। ਸੋ ਓਕੇ ਜੀ, ਧੰਨਵਾਦ, ਟੇਕ ਕੇਅਰ।